ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੀਪ ਸ਼ੌਲਕ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਖਬਰਾਂ ਦਾ ਅਕਸਰ ਚੰਡੀਗੜ੍ਹ ਆਪਰੇਸ਼ਨ ਸੈੱਲ ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੁੰਦੀ ਰਹਿੰਦੀ ਹੈ। ਇਸੇ ਦੇ ਚੱਲਦੇ ਇੱਕ ਵਾਰ ਫੇਰ ਆਪਰੇਸ਼ਨ ਸੈੱਲ ਦੀ ਟੀਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਆਪਰੇਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨਸ਼ੀਲੇ ਇੰਜੈਕਸ਼ਨ ਅਤੇ ਹੈਰੋਇਨ ਲੈ ਕੇ ਚੰਡੀਗੜ੍ਹ ਆ ਰਿਹਾ ਹੈ। ਜਿਸ ਤੋਂ ਬਾਅਦ ਇੰਸਪੈਕਟਰ ਅਮਨਜੋਤ ਸਿੰਘ ਅਤੇ ਉਹਨਾਂ ਦੀ ਟੀਮ ਨੇ ਮੱਕੜੀ ਵਰਗਾ ਜਾਲ ਵਿਛਾਇਆ ਅਤੇ ਸੈਕਟਰ 39 ਵਾਟਰ ਵਰਕਸ ਦੇ ਕੋਲ ਨੌਜਵਾਨ ਨੂੰ ਫੜ ਲਿਆ। ਪਰ ਜਿਵੇਂ ਹੀ ਆਰੋਪੀ ਮੌਕੇ ਤੋਂ ਫਰਾਰ ਹੋਣ ਲੱਗਿਆ ਤਾਂ ਆਪਰੇਸ਼ਨ ਸੈੱਲ ਦੀ ਟੀਮ ਵੱਲੋਂ ਬਣਾਏ ਮੱਕੜ ਜਾਲ 'ਚ ਆ ਕੇ ਫਸ ਗਿਆ, ਜਿਸ ਤੋਂ ਬਾਅਦ ਤਲਾਸ਼ੀ ਦੌਰਾਨ ਨੌਜਵਾਨ ਕੋਲੋਂ ਨਸ਼ੀਲੇ ਇੰਜੈਕਸ਼ਨ ਅਤੇ ਹੈਰੋਇਨ ਬਰਾਮਦ ਹੋਈ। ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ। ਫੜੇ ਗਏ ਨੌਜਵਾਨ ਦੀ ਪਹਿਚਾਣ ਡੱਡੂ ਮਾਜਰਾ ਦੇ ਰਹਿਣ ਵਾਲੇ ਅਮਿਤ ਕੁਮਾਰ ਉਰਫ ਰੱਚੂ ਦੇ ਰੂਪ ਵਿੱਚ ਹੋਈ ਹੈ। ਆਪਰੇਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਅਮਨਜੋਤ ਨੇ ਦੱਸਿਆ ਕਿ ਫੜਿਆ ਗਿਆ ਆਰੋਪੀ ਅਮਿਤ ਕੁਮਾਰ ਉਰਫ ਰੱਚੂ ਉੱਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਟਰਾਈ ਸਿਟੀ ਵਿੱਚ ਨਸ਼ੇ ਦਾ ਸਪਲਾਇਰ ਹੈ। ਰੱਚੂ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਕੋਰਟ ਨੇ 4 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ। ਉਸ ਨਾਲ ਪੁਲਿਸ ਸਖਤੀ ਨਾਲ ਪੇਸ਼ ਆਏਗੀ ਤੇ ਉਹ ਕਿਸ ਨੂੰ ਸਪਲਾਈ ਕਰਦਾ ਸੀ, ਇਸ ਦਾ ਵੀ ਖੁਲਾਸਾ ਹੋਵੇਗਾ। ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ। ਕੋਰੋਨਾ ਇੱਕ ਵਾਰ ਫੇਰ ਤੋਂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਅਤੇ ਇਸ ਦੇ ਲਗਾਤਾਰ ਮਾਮਲਿਆਂ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ। ਜਿੱਥੇ ਕਈ ਲੋਕਾਂ ਨੇ ਇਸ ਬਿਮਾਰੀ ਨਾਲ ਆਪਣੀ ਜਾਨ ਗਵਾਈ ਹੈ, ਉਸੇ ਤਰ੍ਹਾਂ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਪ੍ਰਸ਼ਾਸਨ ਤੇ ਸਰਕਾਰ ਦੀ ਵੀ ਚਿੰਤਾ ਵਧੀ ਹੈ। ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਇੱਥੇ ਵੀ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਸਖਤੀ ਵਧਾਈ ਗਈ ਹੈ, ਜਿਸ ਵਿੱਚ ਇੱਕ ਵਾਰ ਫੇਰ ਵਿਆਹ ਦੇ ਪ੍ਰੋਗਰਾਮ ਵਿੱਚ 50% ਦੀ ਗੈਦਰਿੰਗ ਰੱਖੀ ਗਈ ਹੈ। ਚੰਡੀਗੜ੍ਹ ਵਿੱਚ ਵੱਖ-ਵੱਖ ਬੈਂਡ ਬਾਜੇ ਵਾਲਿਆਂ ਦੀ ਦੁਕਾਨ ਹਨ, ਜਿਨ੍ਹਾਂ ਦਾ ਕਹਿਣਾ ਸੀ ਕਿ ਹੁਣੇ ਉਹ ਲੋਕਡਾਊਨ ਦੇ ਕਾਰਨ ਪਿਛਲੀ ਵਾਰ ਜਿਹੜਾ ਆਰਥਿਕ ਨੁਕਸਾਨ ਹੋਇਆ ਸੀ, ਹਾਲੇ ਉਸ ਤੋਂ ਵੀ ਉਭਰੇ ਨਹੀਂ ਹਨ ਅਤੇ ਇੱਕ ਵਾਰ ਫੇਰ ਪਹਿਲਾਂ ਵਰਗੇ ਹਾਲਾਤ ਬਣ ਗਏ ਹਨ, ਜਿਸ ਦੇ ਕਾਰਨ ਉਹ ਇੱਕ ਵਾਰ ਫੇਰ ਬੇਰੁਜ਼ਗਾਰ ਹੋਣ ਦੀ ਕਗਾਰ ਉੱਤੇ ਹਨ। ਉਹਨਾਂ ਨੂੰ ਹੁਣ ਲੋਕਾਂ ਨੇ ਜੋ ਐਡਵਾਂਸ ਜਮ੍ਹਾਂ ਕਰਵਾਇਆ ਸੀ ਉਹ ਵੀ वापस ਕਰਨ ਦੀ ਮੰਗ ਕਰਨ लगे ਹਨ। सर बुकिंग भी कैंसिल करा रहे हैं, फ़ोन आ रहे हैं। बाकी सर जैसे पिछली बार कोरोना हुआ था सर, उसमें हमें बहुत लॉस हुआ है सर, उससे हम उभर नहीं पाए। फिर अब ये नहीं, फिर ऐसी स्थिति बन गई सर, हमारा तो काम बिल्कुल ही वो हो गया सर। अब इस चीज़ पे सरकार हमारे ऊपर ध्यान दे कि जैसे पिछली बार और इस बार जैसे कोरोना की लहर चल रही है सर, इसमें कस्टमर फ़ोन कर रहे हैं कि जी हमें जो आपको एडवांस दिया है वो वापसी दे। अब वो एडवांस उनको कहाँ से दे सर वापसी? बुकिंगें हो रही है और कैंसिल होने के भी चांस बहुत ज़्यादा है। तो लोग पैसा मांग रहे होंगे। पैसे मांग रहे हैं, अब हम कहाँ से दें? हमारा जो पैसा एडवांस में आता है वो घोड़ी वाले को भी, बग्गी वाले को भी, लाइट वाले को भी, सभी में बांटा जाता है। अब उनसे कलेक्शन करके कस्टमर को क्या दें? कस्टमर भी हमें आगे सुना रहा है जा जाके कि आपके 1 के 4 निकलेंगे, फलाना निकलेंगे, ढिगड़ा निकलेंगे। अब हम क्या करें? हमारे पास पैसा नहीं है। बाजे दिन तो ऐसा होता है कि हमें अपने बच्चों के ट्यूशन के लिए भी फीस हम नहीं जमा करा पा रहे हैं, इतना हमारे काम की कंडीशन ख़राब है। कस्टमर आते हैं, 2-3 तो वापसी ले लेते हैं, भाई साहब मैंने नहीं करवानी। हमारे ब्याह शादी होता है, उतने टाइम में 10-12 वो जा रहे 20 बार लेते जा रही बराते, हमें ढोली भेज दो या वो भेज दो। हमें परेशानी इतनी होती है, हम सबके साथ वो जुड़ते जाने चाहते हैं, काम चले तो सबका भला होना चाहिए। तो ये नहीं है, ये तो चलती रहती है बीमारी है, इतनी तो नहीं थी जितनी जनता वो डर पर थी। तो घर कैसे चल रहा है फिर? घर तो किसी से उधार पड़ना, किसी से ब्याज पड़ना, किसी से कुछ करना, किसी से बर्तन वर्तन सब कुछ तरह जब काम चला रहे हैं, रोटी पानी जब चल रही है धरती, इस टाइम बच्चे भी परेशान भूखते मरते हैं। देखो जी, पहली बार कोरोना लगा उस समय 15-16 लाख रुपए कारीगर करे हुए थे, 5-7 लाख रुपए का काम था जो कैंसिल हुआ, ठीक है। उसके बाद सोचा था कि दोबारा से फिर स्थिति संभल जाएगी, कोई नहीं सुधर जाएगी। इधर उधर रिश्तेदारों से, यारों से, दोस्तों से कर्जा पकड़ा, 3-4 लाख रुपए के कर्जे के भी नीचे आ गए, ठीक। आगे फिर लॉकडाउन की स्थिति चलती गई, सरकार की तरफ से कोई सहायता नहीं है किसी प्रकार की। आपको पता है कि महंगा शहर है, कदम कदम पर खर्चा है, बीवी बच्चे पालने बड़े मुश्किल हैं,
बहुत मुश्किल क्रिटिकल हालत में हम इस टाइम पर चले हुए हैं। हमारे साथ 100 150 आदमी जुड़े हुए हैं। कोई घोड़ी वाला है, बग्गी वाला है, मजदूर है, कारीगर है, जनरेटर वाला है, इलेक्ट्रिशियन है। तो सभी लोग हमारे पास खर्चे के लिए आते हैं, क्योंकि उनका तो एक ही वो है कि दुकानदार हमें खर्चा देगा, लेकिन दुकानदार भी असमर्थ है। ਦੱਸ ਦਿੰਦੇ ਹਾਂ ਕਿ ਜਿਸ ਨੂੰ ਵੇਖਦੇ ਹੋਏ ਹੁਣ ਵਿਆਹ ਦੇ ਵੱਡੇ ਪ੍ਰਬੰਧ ਨਹੀਂ ਕੀਤੇ ਜਾ ਸਕਦੇ। ਇਸ ਦਾ ਖਾਮਿਆਜ਼ਾ ਇੱਕ ਵਾਰ ਫੇਰ ਬੈਂਡ ਬਾਜੇ ਵਾਲਿਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ, ਕਿਉਂਕਿ ਵਿਆਹ ਹੁੰਦੇ ਹਨ ਤਾਂ ਬੈਂਡ ਬਾਜੇ ਖੂਬ ਵੱਜਦੇ ਹਨ। ਪਰ ਇੱਕ ਵਾਰ ਫੇਰ ਪਿਛਲੇ ਸਾਲ ਦੀ ਤਰ੍ਹਾਂ ਜਦੋਂ ਤੋਂ ਕਰੋਨਾ ਦੇ ਕੇਸ ਵਧਣ ਲੱਗੇ ਹਨ, ਉਦੋਂ ਤੋਂ ਬੈਂਡ ਬਾਜੇ ਵਾਲਿਆਂ ਨੂੰ ਫੇਰ ਤੋਂ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਤੁਸੀਂ ਆਪ ਹੀ ਸੁਣ ਲਓ ਕੀ ਕਹਿਣਾ ਹੈ ਇਹਨਾਂ ਲੋਕਾਂ ਦਾ। ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ। ये गांव किशनगढ़ है। ये मेरे ख्याल से 30 साल तो 35 मेरे को हो गए रहते हुए, तब से ये इसी तरह रोड पड़ा है। पूरा वहाँ इतना फैला हुआ, कोई प्रशासन कोई इस पर गौर नहीं करता। तारों का ये हाल है, तारों का देखो बुरा हाल है। बारिशों में अगर आप आओगे यहाँ पे आप खड़ नहीं सकते। ਚੰਡੀਗੜ੍ਹ ਦੇ ਰਾਜੀਵ ਗਾਂਧੀ IIT ਪਾਰਕ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਕਿਸ਼ਨਗੜ੍ਹ, ਪਰ ਇਸ ਪਿੰਡ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਿੰਡਾਂ ਨੂੰ ਵੀ ਨਗਰ ਨਿਗਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿੱਥੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਅਜਿਹਾ ਕਿਹਾ ਗਿਆ ਸੀ ਕਿ ਇਹ ਪਿੰਡ ਨਗਰ ਨਿਗਮ ਵਿੱਚ ਸ਼ਾਮਲ ਹੁੰਦੇ ਹੀ ਵਿਕਾਸ ਦੀਆਂ ਨਵੀਂ ਬੁਲੰਦੀਆਂ ਛੂਣਗੇ। ਪਰ ਕਿਸ਼ਨਗੜ੍ਹ ਪਿੰਡ ਵਿੱਚ ਮੇਨ ਸੜਕ ਦੀ ਹਾਲਤ ਬਹੁਤ ਬੁਰੀ ਬਣੀ ਹੋਈ ਹੈ। ਕਰੀਬ 4 ਮਹੀਨੇ ਪਹਿਲਾਂ ਸੀਵਰੇਜ ਲਾਈਨ ਪਾਉਣ ਲਈ ਇਸ ਸੜਕ ਨੂੰ ਬਣਾਇਆ ਗਿਆ ਸੀ, ਪਰ ਕੁਝ ਸਮੇਂ ਬਾਅਦ ਸੜਕਾਂ ਉੱਤੇ ਥਾਂ-ਥਾਂ ਖੱਡੇ ਪੈ ਗਏ, ਜਿਸ ਦੇ ਕਾਰਨ ਕਈ ਵਾਰ ਲੋਕ ਬੁਰੀ ਤਰ੍ਹਾਂ ਡਿੱਗਣ ਦੇ ਹਾਦਸੇ ਦਾ ਸ਼ਿਕਾਰ ਵੀ ਹੋਏ। ਲਗਾਤਾਰ ਲੋਕ ਇਸ ਨੂੰ ਲੈ ਕੇ ਸ਼ਿਕਾਇਤ ਕਰਦੇ ਹਨ, ਬਾਵਜੂਦ ਇਸ ਦੇ ਇਸ ਸੜਕ ਨੂੰ ਹੁਣੇ ਤੱਕ ਨਹੀਂ ਬਣਾਇਆ ਗਿਆ ਹੈ। ਜਦੋਂ ਵੀ ਮੀਂਹ ਪੈਂਦਾ ਹੈ ਤਾਂ ਇੱਥੋਂ ਦੇ ਲੋਕਾਂ ਦਾ ਪੈਦਲ ਲੰਘਣਾ ਤੱਕ ਮੁਸ਼ਕਲ ਹੋ ਜਾਂਦਾ ਹੈ। ਲੋਕ ਇਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਸ਼ਿਕਾਇਤ ਕਰ ਰਹੇ ਹਨ ਅਤੇ ਪਿੰਡ ਵਾਸੀਆਂ ਨੇ ਇਸ ਨੂੰ ਲੈ ਕੇ ਜ਼ਬਰਦਸਤ ਰੋष ਜਤਾਇਆ ਹੈ। आप देख सकते हो कि चंडीगढ़ में होने के बावजूद भी ये हाल है। कौन इसको चंडीगढ़ कह देगा? अगर आप पंजाब में जाओगे, कहीं आप पंजाब में किसी भी गांव में चले जाओ, वहाँ की इतनी सुधार हो रखा है, वहाँ पे गांव में हर एक गलियों में टाइलें लग रखी है। ये इसको कौन कह देगा कि ये चंडीगढ़ है? अगर कोई रिश्तेदार भी आता है तो भी कहता है कि तुम यहाँ रहते हो, है ना? तो ये आप देख सकते हो कि कैसे दूसरे तीसरे दिन ही खड्डे पाटे जा रहे हैं। यहाँ तक सीवरेज का काम हो चुका है, उससे आगे पाइपें ही नहीं डली हुई। वो कहते हैं कि हमारा टेंडर ही नहीं हो रखा। आते हैं सड़कों पर, सड़कों को बोलते हैं कि अगर बोलते हैं कि सड़कों की चलो एक लेवल ही कर दो, वो कहते हैं हमारा ये कॉन्ट्रैक्ट ही नहीं है, ये सड़कों वालों से बात करो। अगर सड़कों वालों के बोलते हैं हमारे पास कॉन्ट्रैक्ट नहीं है, पर हम जाएँ तो जाएँ कहाँ? आप खुद बताइए। वो इस चौक के पास कूड़े का ढेर लगा हुआ है, कई बार तो कूड़े की रेडियाँ भी नहीं आती, 3-3 4-4 दिन बाद आती हैं। ठीक है, सबसे बड़ी समस्या होती है बारिशों में। बारिशों में अगर आप आओगे यहाँ पे आप खड़ नहीं सकते। सुबह बंदे ने 8 बजे ऑफिस जाना होता है, वो ऑफिस में कितनी मुश्किल से जाता है, आप आके देख सकोगे। यहाँ पे कई एक्सीडेंट भी हो चुके हैं। एक्सीडेंट्स क्या, बहुत ज़्यादा एक्सीडेंट हो चुके हैं। कई बार ये मोटरसाइकिल पे अपने बीवी बच्चे को लेके जा रहा था, वो बेचारे कीचड़ में गिरे हैं, वो इतनी गालियाँ निकालते हैं। तो बताइए अब क्या करे, प्रशासन क्या कर रही है? यहाँ पे जब बारिश होती है तो इतना कीचड़ हो जाता है ना, निकलना बहुत मुश्किल होता है। गलियों में से जैसे कोई भी गाड़ी आएगी तो यहाँ बहुत गाड़ियाँ फंसती हैं और कईयों की गाड़ियाँ टूटी भी हैं। यहाँ पे एक्सीडेंट तो होते ही रहते हैं। यहाँ पे कीचड़ में कोई गिरता है तो चोट लग जाती है, फ्रैक्चर हो जाती है किसी के, कईयों के हमारे सामने हुए हैं। और यहाँ पे इस गली में तो इतना बुरा हाल है ना, निकलना मुश्किल हो जाता है बरसात में। बीमारी का नोता तो आता है सर, ये गर्मियों में आते हैं चेक करने, और अब कोई भी आके कोई देखता भी नहीं है यहाँ पे आके। और ये हमने कई बार कहा, कईयों को कहा भी ठीक करवा दो, कोई नहीं ठीक करवा के रहा। IIT पार्क तो बिल्कुल साथ है, IIT पार्क के बिल्कुल साथ है। जैसे भी यहाँ तक ये लोग गुजरते, इतनी आवाजाही यहाँ भी, इतनी ट्रैफिक है, सारे IIT पार्क को लोग निकलते हैं, मनसा देवी को निकलते हैं, कैथली को निकलते हैं, लेकिन कोई सुनने वाला नहीं है। पहले कहते भाजपा आएगी, भाजपा आएगी, अब भाजपा भी आ गई है। देखो ये बुरा हाल है। इनके आने के बावजूद भी यहाँ इतना बुरा हाल है कि लोग दिन भर यहाँ पर ठोकरे खाते हैं, साइकिलें मुड़ के लॉन्ग रोड इधर से घूम के जाना पड़ता है, लोगों को जाना पड़ता है, लेकिन कोई सुनने वाला नहीं। पाइप लाइन यहाँ पर बिछ रही है, पता नहीं 2 साल से 3 साल से पाइप लाइन बिछ रही है, लेकिन फिर भी कोई हाल नहीं है, तो करने वाला कोई नहीं, कोई शुद्ध लेने वाला नहीं है। तारों का ये हाल है, तारों का देखो बुरा हाल है, किसी टाइम को बच्चा हाथ लगाए को करंट लगता है, ये बुरा हाल है। नहीं, ये तो करीबन 15 सालों के पहले से है। ये मेरे ख्याल से 30 साल तो 35 मेरे को हो गए रहते हुए, तब से ये इसी तरह रोड पड़ा है। ये रोड बन नहीं रहा।
कई तो एक्सीडेंट भी होते हैं। बहुत एक्सीडेंट होते हैं अंदर, तो किशनगढ़ के अंदर बहुत बुरा हाल है। कूड़े लोग ला के देखो किस तरह ढेर लगा रहे हैं। इतनी गाड़ी होने के बावजूद भी लोगों को समझ नहीं है कि हाँ कूड़ेदान में गिरना चाहिए। ਕੁਝ ਅਜਿਹਾ ਹੀ ਹਾਲ ਪਿੰਡ ਵਿੱਚ ਸਫਾਈ ਵਿਵਸਥਾ ਦਾ ਵੀ ਨਜ਼ਰ ਆਇਆ, ਜਿੱਥੇ IIT ਪਾਰਕ ਨੂੰ ਜਿਵੇਂ ਹੀ ਤੁਸੀਂ ਕਿਸ਼ਨਗੜ੍ਹ ਪਿੰਡ ਨੂੰ ਜਾਣਗੇ ਤਾਂ ਤੁਹਾਨੂੰ ਸੜਕ ਦੇ ਆਸੇ-ਪਾਸੇ ਕੂੜੇ ਦਾ ਢੇਰ ਨਜ਼ਰ ਆਏਗਾ ਅਤੇ ਕੂੜਾ ਪਿਆ ਹੋਇਆ ਮਿਲੇਗਾ, ਜਿਸ ਦੀ ਸਫਾਈ ਨਹੀਂ ਕੀਤੀ ਜਾਂਦੀ। ਲੋਕਾਂ ਦਾ ਕਹਿਣਾ ਸੀ ਕਿ ਚੋਣਾਂ ਦੇ ਦੌਰਾਨ ਆਗੂਆਂ ਵੱਲੋਂ ਖੂਬ ਵਾਅਦੇ ਕੀਤੇ ਜਾਂਦੇ ਹਨ, ਪਰ ਬਾਅਦ 'ਚ ਕੋਈ ਨਹੀਂ ਆਉਂਦਾ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਪਿਛਲੇ ਕਾਫੀ ਦਿਨਾਂ ਤੋਂ ਠੰਡ ਨੇ ਕਹਿਰ ਬਰਪਾਇਆ ਹੋਇਆ ਹੈ ਅਤੇ ਲੋਕਾਂ ਦਾ ਇਸ ਠੰਡ ਦੇ ਕਾਰਨ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਪਰ ਜਿਵੇਂ ਹੀ ਇੱਕ ਹਫ਼ਤੇ ਤੋਂ ਬਾਅਦ ਸ਼ੁੱਕਰਵਾਰ ਨੂੰ ਸਵੇਰੇ ਸੂਰਜ ਦੇਖਿਆ ਤਾਂ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲ ਆਪਣੇ ਅਧੂਰੇ ਰੁਕੇ ਕੰਮਾਂ ਦੇ ਵੱਲ ਧਿਆਨ ਦਿੱਤਾ, ਜਿਸ ਤੋਂ ਬਾਅਦ ਸ਼ਹਿਰ ਦੀਆਂ ਦੁਕਾਨਾਂ ਤੇ ਖਰੀਦਦਾਰੀ ਕੀਤੀ ਤੇ ਰੌਣਕਾਂ ਦੇਖਣ ਨੂੰ ਮਿਲੀਆਂ। ਉਂਝ ਤਾਂ ਸਵੇਰੇ ਉੱਠੇ ਤਾਂ ਸੰਘਣਾ ਕੋਹਰਾ ਅਤੇ ਉਸ ਦੇ ਬਾਅਦ ਸ਼ੀਤ ਲਹਿਰ ਚੱਲ ਪੈਂਦੀ ਸੀ, ਜਿਸ ਦੇ ਕਾਰਨ ਠੰਡ ਨਾਲ ਲੋਕਾਂ ਦਾ ਬੁਰਾ ਹਾਲ ਸੀ ਅਤੇ ਲੋਕ ਸੂਰਜ ਦੇਵਤੇ ਦੇ ਦਰਸ਼ਨ ਨੂੰ ਤਰਸ ਗਏ ਸੀ। अच्छा लग रहा है और ये बहुत ही अलग सा एक लग रहा है कि एक लाइफ वापस कुछ ऐसा लग रहा है कि कुछ एक मिस था कुछ आज वो कंप्लीट हो रहा है। बहुत अच्छा लग रहा है। कैसी लग रही है आज? बहुत अच्छी लग रही है आज, कितने टाइम बाद। बहुत अच्छा लग रहा है, 1 वीक के बाद में धूप आई है, बहुत अच्छा लग रहा है। तो 1 वीक कैसा बीता? 1 वीक इन द हाउस, घर में ही थे, कैद थे, आज बहुत अच्छा लग रहा है। बहुत बढ़िया लग रहा है जी। बहुत 3-4 दिन के बाद जब धूप निकली है उसका नज़ारा ही कुछ और है। बहुत अच्छा लग रहा है, धूप में बैठना ऐसे लग रहा है जैसे बड़ी देर बाद धूप के दर्शन हुए हैं सूरज देवता के। ਸ਼ੁੱਕਰਵਾਰ ਸਵੇਰੇ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ, ਜਿਸ ਦੇ ਕਾਰਨ ਲੋਕ ਕਈ ਜਗ੍ਹਾਵਾਂ ਉੱਤੇ ਧੁੱਪ ਸੇਕਦੇ ਹੋਏ ਨਜ਼ਰ ਆਏ ਅਤੇ ਲੋਕਾਂ ਦਾ ਕਹਿਣਾ ਸੀ ਕਿ ਠੰਡ ਤੋਂ ਥੋੜੀ ਰਾਹਤ ਮਿਲੀ ਹੈ ਅਤੇ ਅਜਿਹੀ ਧੁੱਪ ਆਉਣ ਵਾਲੇ ਦਿਨਾਂ ਵਿੱਚ ਵੀ ਨਿਕਲਣੀ ਚਾਹੀਦੀ ਹੈ। ਦੱਸ ਦਿੰਦੇ ਹਾਂ ਕਿ ਕਿਉਂਕਿ ਪਿਛਲੇ ਹੀ ਦਿਨਾਂ ਲਗਾਤਾਰ ਮੀਂਹ ਦੇ ਕਾਰਨ ਠੰਡ ਵੱਧ ਗਈ ਸੀ ਅਤੇ ਠੰਡ ਤੋਂ ਬਾਅਦ ਵੱਲੋਂ ਸ਼ੀਤ ਲਹਿਰ ਚੱਲ ਰਹੀ ਸੀ, ਜਿਸ ਦੇ ਕਾਰਨ ਸਵੇਰੇ ਸ਼ਾਮ ਕੋਹਰਾ ਹੀ ਰਹਿੰਦਾ ਸੀ। ਹਾਲਾਂਕਿ ਮੌਸਮ ਵਿਭਾਗ ਵੱਲੋਂ ਸ਼ਨੀਵਾਰ ਨੂੰ ਫੇਰ ਤੋਂ ਮੀਂਹ ਦੱਸਿਆ ਹੈ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਪਾਸੇ ਨਹੀਂ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।